ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਸਿੱਖਿਆ ਸਭ ਤੋਂ ਅਹਿਮ ਹੈ, ਸਭ ਤੋਂ ਜ਼ਰੂਰੀ ਹੈ ਕਿ ਜੇ ਤੁਸੀਂ ਸਿੱਖਤ ਹੁੰਦੇ ਹੋ ਤਾਂ ਹੀ ਤੁਸੀਂ ਆਪਦੀ ਜ਼ਿੰਦਗੀ ਵੀ ਸਹੀ ਤਰੀਕੇ ਜਿਉ ਸਕਦੇ ਹੋ, ਕਿਉਂਕਿ ਤੁਹਾਨੂੰ ਆਪਦੇ ਜਿਉਣ ਦੀ ਸਮਝ ਆਏਗੀ। ਸਿੱਖਿਆ ਹਰ ਤਰ੍ਹਾਂ ਦੀ ਹੋ ਸਕਦੀ ਹੈ, ਪਰ ਅੱਜ ਦੇ ਹਾਲਾਤਾਂ ਦੇ ਵਿੱਚ ਅਨੇਕਾਂ ਹਿੱਸੇ ਸਾਡੇ ਸਮਾਜ ਦੇ ਵਿੱਚ ਐਸੇ ਰਹਿ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਸ਼ਾਇਦ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਆ। ਇਹਨਾਂ ਬੱਚਿਆਂ ਨੂੰ ਹਾਲਾਂਕਿ ਵੱਖ-ਵੱਖ ਸਮੇਂ ਤੇ ਅਸੀਂ ਦੇਖਦੇ ਹਾਂ ਕਿ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਿ ਉਹਨਾਂ ਨੂੰ ਸਿੱਖਿਆ ਦੇ ਨਾਲ ਜੋੜਿਆ ਜਾਵੇ। ਇੱਕ ਅਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੇ ਨਾਲ ਦੋ ਲੜਕੀਆਂ ਨੇ, ਇੱਕ ਬੱਚੀ ਹੈ +2 ਦੀ ਭਵਿਆ ਔਰ ਇੱਕ ਐਡਵੋਕੇਟ ਨੇ ਗੌਰੀ। ਇਹਨਾਂ ਨੇ ਇੱਕ ਕੋਸ਼ਿਸ਼ ਸ਼ੁਰੂ ਕੀਤੀ ਆ। ਉਹ ਕੀ ਕੋਸ਼ਿਸ਼ ਹੈ ਔਰ ਇਹਨਾਂ ਦਾ ਕੀ ਟੀਚਾ ਜ਼ਿੰਦਗੀ ਦਾ, ਕੀ ਕਰਨਾ ਚਾਹੁੰਦੇ ਨੇ ਔਰ ਕਿਸ ਤਰ੍ਹਾਂ ਇਹ ਐਜੂਕੇਸ਼ਨ ਦੇ ਵਿੱਚ ਜਾਂ ਬੱਚਿਆਂ ਦੇ ਲਈ ਕੀ ਕਰਨਾ ਚਾਹੁੰਦੇ, ਕਿਉਂਕਿ ਇੱਕ ਤਾਂ ਆਪ ਬੱਚੀ ਹੈ ਤੇ ਦੂਸਰੇ ਬੇਸ਼ੱਕ ਐਡਵੋਕੇਟ ਨੇ, ਪਰ ਇਹਨਾਂ ਦੋਨਾਂ ਲੜਕੀਆਂ ਦੀ ਇੱਕ ਵੱਡੀ ਕੋਸ਼ਿਸ਼ ਆ। ਭਵਿਆ ਤੋਂ ਸ਼ੁਰੂ ਕਰਦੇ ਹਾਂ। ਭਵਿਆ, ਕੀ ਕੰਸੈਪਟ ਹੈ, ਕੀ करना चाहते हो ਤੁਸੀਂ, टारगेट की है? मेरा नाम भव्या सेठी है और मैं भवन विद्यालय सेक्टर 27 चंडीगढ़ में पढ़ती हूँ, क्लास 12th में। और ये मेनली कॉन्सेप्ट था कि हमें बच्चों के लिए पैसे फंड्स इकट्ठे करने हैं, तो हम कैसे करेंगे। तो हमने सोचा कि हम एक थ्रिफ्ट सेल फंड रेजर करेंगे। थ्रिफ्ट सेल का ਕਿਹੜੇ ਬੱਚਿਆਂ ਲਈ ਤੁਸੀਂ ਫੰਡ ਇਕੱਠਾ ਕਰਨਾ ਚਾਹੁੰਦੇ ਹੋ? ਮੈਂ ਉਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ, ਕੌਣ ਬੱਚੇ ਨੇ ਔਰ ਉਹਨਾਂ ਬੱਚਿਆਂ ਲਈ ਕੀ ਕਰਨਾ ਚਾਹੁੰਦੇ ਹੋ? ये बच्चे हमारे सर्वोदय फाउंडेशन के अंडर 70 किड्स हैं, जो अलग अलग पंजाब और हरियाणा के डिस्ट्रिक्ट्स में काफ़ी विलेजेस हैं जो हम ऑलरेडी जिनको देख रहे हैं। तो वो 70 किड्स ऑलरेडी हमारे पास हैं। तो वो मुल्लापुर, कोचर और यमुनानगर के डिस्ट्रिक्ट्स में काफ़ी और विलेजेस हैं जहाँ पर हम फोकस कर रहे हैं। ਤੁਸੀਂ ਤਾਂ ਆਪ ਹਲੇ ਬੱਚੇ ਹੋ, ਤੁਸੀਂ ਤਾਂ ਆਪ ਪੜ੍ਹ ਰਹੇ ਹੋ +2 ਦੇ ਵਿੱਚ। ਤੁਹਾਨੂੰ ਕਿਵੇਂ ਲੱਗਿਆ, ਇਸ ਛੋਟੀ ਜੀ ਉਮਰ ਦੇ ਵਿੱਚ ਕਿਉਂ ਲੱਗਿਆ ਕਿ ਐਸੇ ਬੱਚੇ ਵੀ ਨੇ ਜਿਨ੍ਹਾਂ ਨੂੰ ਪੜ੍ਹਾਈ ਦੇ ਨਾਲ ਜੋੜਨ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਪੜ੍ਹਾਈ ਦੇ ਲਈ ਮਦਦ ਕਰਨ ਦੀ ਜ਼ਰੂਰਤ ਹੈ, ਕਿਉਂਕਿ ਤੁਹਾਡੀ ਉਮਰ ਦੇ ਵਿੱਚ ਤਾਂ ਬੱਚੇ ਆਪ ਕਿਤਾਬਾਂ ਤੋਂ ਭੱਜਦੇ ਆ। मेरे को ऐसा लगता है कि एजुकेशन बहुत इम्पोर्टेंट है सबके लिए, और हर एक बच्चे का राइट है कि वो पढ़े लिखे और उनके पास इतना टैलेंट है कि वो कुछ भी कर सकते हैं। तो उन्हें जैसे अब कितने लोग होते हैं जिनके पेरेंट्स फाइनेंशियली इतने अच्छे नहीं होते घर से, तो उनके बच्चों को पढ़ने का बहुत शौक होता है, पर वो फिर भी नहीं पढ़ पाते बिकॉज ऑफ द फाइनेंशियल इश्यूज। तो मेरा मानना है कि सबको एजुकेशन मिलनी चाहिए क्योंकि उनका वो राइट है, बर्थ राइट है। और एजुकेशन से बहुत कुछ नॉलेज होता है, मतलब इट्स नॉट अ लॉस कि अगर आपको एजुकेशन से कुछ नहीं मिलता, ऐसा कुछ नहीं है। बहुत इम्पॉर्टेंट होता है एजुकेशन। कितनी सारी अवेयरनेस होती है जिससे आपको पता चलता है कि आपके अराउंड क्या हो रहा है दुनिया में। तो इसके ਜੀਵਨ ਜਾਂਚ ਹੈ ਜਿਹੜੀ ਉਹਦੇ ਲਈ ਬਹੁਤ ਜ਼ਰੂਰੀ ਹੈ। ਤਾਂ ਉਮਰ ਛੋਟੀ ਹੈ ਪਰ ਗੱਲਾਂ ਬਹੁਤ ਵੱਡੀਆਂ ਕਰ ਰਹੀ ਹੈ ਭਵਿਆ। ਜਿਸ ਤਰ੍ਹਾਂ ਭਵਿਆ ਨੇ ਕਿਹਾ ਕਿ ਸਾਡਾ ਟਾਰਗੇਟ ਉਹਨਾਂ ਬੱਚਿਆਂ ਨੂੰ ਐਜੂਕੇਟ ਕਰਨਾ ਹੈ ਹਨਾ, ਉਹਦੇ ਲਈ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ। ਹੁਣ ਟਾਰਗੇਟ ਕੀ ਹੈ, ਪੈਸੇ ਇਕੱਠੇ ਕਿਵੇਂ ਕਰਨੇ ਆ? ਤੁਸੀਂ ਦੋ ਲੜਕੀਆਂ ਹੋ, ਕਿੱਦਾਂ ਤੁਸੀਂ ਪਹਿਲਾਂ ਤਾਂ ਇੱਕ ਟਾਰਗੇਟ ਹੁੰਦਾ ਜ਼ਿਹਨ ਦੇ ਵਿੱਚ, ਇਹ ਸਾਰੀ ਚੀਜ਼ਾਂ ਕਿਵੇਂ ਚੱਲ ਗਈਆਂ ਕਿ ਅਸੀਂ ਇਦਾਂ ਕੁਝ ਕਰ ਲਈਏ ਔਰ ਕੀ ਪਲੈਨਿੰਗ ਬਣੀ ਔਰ ਹੁਣ ਕੀ ਕਰਨਾ ਚਾਹੁੰਦੇ ਹੋ, ਕਿੱਦਾਂ ਉਹਨਾਂ ਬੱਚਿਆਂ ਦੇ ਲਈ ਜਿਹੜੇ ਹੈਗੇ ਪੈਸੇ ਇਕੱਠੇ ਕਰ ਰਹੇ ਆ ਔਰ ਕਿੱਦਾਂ ਮਦਦ ਕਰਨੀ ਹੈ? अच्छा, तो इसके लिए हमने इससे महीनों पहले से हम इस पे काम शुरू कर चुके थे। हमने इन्हीं जो गांव इन्होंने बताए उनमें जाके सर्वे करा, स्पेशली 12 से 18 साल की उम्र के बीच में जो बच्चे हैं, जो जिन्हें एजुकेशन नहीं मिल रही है, जो पढ़ना चाहते भी हैं, तो उनके लिए हमें लगा कि हम ये चैरिटी फंड रेजर ऑर्गेनाइज करें जहाँ पे सिर्फ थ्रिफ्ट नहीं है। थ्रिफ्ट का मतलब होता है कि जहाँ पे आप अपने कपड़े डोनेट करो और लोग उससे कम पैसों में खरीदते हैं और उससे हम जितना इकट्ठा कर सकते हैं डोनेशन। यानी किसी ਦੇ ਕੋਲ ਅਗਰ ਕੋਈ ਐਕਸਟਰਾ ਕੱਪੜੇ ਪਏ ਆ, ਕੋਈ ਐਕਸਟਰਾ ਚੀਜ਼ ਪਈ ਹੈ, ਤਾਂ ਉਹ ਆਪਦੀ ਉਹ ਚੀਜ਼ ਯੂਜ਼ਡ ਜਿਹੜੀ ਹੈ ਉਹ ਉਹਨੂੰ ਸੇਲ ਕਰਨਗੇ। ਔਰ ਤੁਹਾਡਾ ਉਹਨਾਂ ਲੋਕਾਂ ਦੇ ਨਾਲ ਕਿੱਦਾਂ ਰਾਬਤਾ ਹੈ ਉਹ ਕੰਸਰਨ ਕਰੋ ਥੋੜਾ। हम इसके बारे में अपने आसपास जितने हमारे फैमिली फ्रेंड्स जितना हम सोशल मीडिया पे डाल सकते हैं, काफी टाइम से डालते आ रहे हैं, क्योंकि ये ऐसी चीज है जो वैसे भी लोगों के घर में पड़ी रहती हैं, बट लोग उसका मतलब किसी का कुछ जाएगा नहीं। आप अपना बस इन अ वे साफ ही करके अपना जो एक्स्ट्रा है वो डोनेट करो, और हम उसका यूज करके जितना डोनेशन इकट्ठा कर सकते हैं कर रहे हैं। लेकिन हमने इसके अंदर एक ये ऐड करा था कि
हमने इसके अंदर स्मॉल बिजनेसेस को भी इन्वॉल्व करा है। उससे क्या होगा कि जब वहाँ लोग आएंगे तो वो सिर्फ डोनेट नहीं करेंगे, उन्हें और सो अपने आसपास एंटरटेनमेंट, खाने पीने का ऑप्शंस, म्यूजिक होगा, सब होगा, तो जहाँ से उसके थ्रू भी जो डोनेशन इकट्ठी होंगी वो सारी इसमें जाएंगी। और हमारे पास एक बच्चों का एक पूरा वो है, 70 बच्चे हैं हमारे पास। तो हमारी कोशिश यही रहेगी कि हम 70 को तो करें स्पॉन्सर, बट और जितने हम इससे जोड़ सकते हैं उन बच्चों को भी जोड़ें। ਅੱਛਾ, ਆਈਡੀਆਜ਼ ਇਹਦੇ ਵਿੱਚ ਕਿੱਦਾਂ ਆਇਆ ਕਿ ਇਦਾਂ ਕੀਤਾ ਜਾ ਸਕਦਾ ਹੈ? ਅੱਛਾ, ਜਿਹੜੇ ਕੱਪੜੇ ਨੇ ਲੋਕਾਂ ਨੇ ਚੈਰਿਟੀ ਕਰਨੀ ਹੈ, ਉਹਨਾਂ ਨੇ ਇੱਕ ਹਿਸਾਬ ਨਾਲ ਪੰਜਾਬੀ ਦਾਨ ਕਰਨੇ ਨੇ, ਔਰ ਤੁਸੀਂ ਇਹ ਚੀਜ਼ਾਂ ਇਕੱਠੀਆਂ ਕਰ ਚੁੱਕੇ ਹੋ। ਕਿੰਨਾ ਕੁ ਤੁਹਾਡੇ ਕੋਲੇ ਇਹ ਕੱਪੜੇ ਜਾਂ ਹੋਰ ਸਮਾਨ ਆ ਜਿਹੜਾ ਕਿੰਨਾ ਕੁ ਇਕੱਠਾ ਹੋ ਗਿਆ ਔਰ ਹੁਣ ਤੁਸੀਂ ਉਹਨੂੰ ਸੇਲ ਕਰਨਾ ਹੈ? तो जैसे जैसे हमारे पास कोई डोनेट करने आता है, हम उनकी लिस्ट बना रहे हैं। तो हमारे पास नियरली 40 लोगों की लिस्ट है जिन्होंने काफी आके डोनेट करा, और सिर्फ कपड़े नहीं, जितनी चीजें डोनेट कर सकते थे अलग अलग तरह की। किसी ने गैजेट्स डोनेट करे हैं, किसी ने अपने पुराने एंटीक पीसेस डोनेट करे हैं। तो जितना भी जहां से डोनेशन आ सकती है हम इवेंट के एंड तक भी कलेक्ट कर रहे हैं ब्रिटिश स्कूल सेक्टर 44 चंडीगढ़ में। ਤਾਂ ਇਹ ਆਪਣੇ ਤਰ੍ਹਾਂ ਦੀ ਇੱਕ ਵੱਖਰੀ ਕੋਸ਼ਿਸ਼ ਹੈ। ਜਿਹੜਾ ਸਮਾਨ ਕਹਿੰਦੇ ਕਿ ਕਿਸੇ ਦੇ ਘਰੇ ਪਿਆ ਪਰ ਕਿਸੇ ਵਰਤੋਂ 'ਚ ਨਹੀਂ ਆ ਰਿਹਾ, ਸ਼ਾਇਦ ਤੁਸੀਂ ਉਹਨੂੰ ਜਾਂ ਤਾਂ ਕੂੜੇ ਸੁੱਟ ਦਿਓਗੇ ਜਾਂ ਫਿਰ ਤੁਸੀਂ ਉਹਨੂੰ ਕਿਤੇ ਆਪਣੇ ਘਰ ਦੇ ਕਿਸੇ ਖਲ ਖੁੰਝੇ ਦੇ ਵਿੱਚ ਰੱਖ ਦਿਓਗੇ। ਉਹ ਸਮਾਨ ਇਹਨਾਂ ਬੱਚਿਆਂ ਨੇ ਇਕੱਠਾ ਕੀਤਾ ਔਰ ਹੁਣ ਉਸ ਸਮਾਨ ਦੀ ਸੇਲ ਲਾ ਕੇ ਉਹਦੇ ਤੋਂ ਪੈਸੇ ਇਕੱਠੇ ਕਰਨੇ ਨੇ। ਔਰ ਪੈਸੇ ਇਕੱਠੇ ਕਰਨ ਦਾ ਟਾਰਗੇਟ ਕੀ ਹੈ ਕਿ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਲਾਇਆ ਜਾਵੇ ਜਿਹੜੇ ਬੱਚੇ ਸ਼ਾਇਦ ਕਿਸੇ ਕਾਰਨ ਕਰਕੇ, ਪੈਸੇ ਦੀ ਕਮੀ ਕਰਕੇ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਨੇ। ਤੇ ਇੱਕ ਅੱਛੀ ਕੋਸ਼ਿਸ਼ ਹੈ, ਇੱਕ ਅੱਛੀ ਸ਼ੁਰੂਆਤ ਹੈ। कुछ और कहना चाहती ने, इशारे कर रही हैं बच्चियां? हाँ जी। एक और चीज थी, अगर आपके पास डोनेशन नहीं भी है, सिर्फ वहाँ पे आके एक एंटर करके आप, एक तो वहाँ आपके पास सारा लाइक म्यूजिक सब हमने करा हुआ है, वहाँ पे आप आके ही अपना एक डिफरेंस क्रिएट कर दोगे। क्योंकि वहाँ आने से भी हम सिर्फ एक एंट्री फी ले रहे हैं। चाहे आप सिर्फ आओ, अपना देखो वहाँ पे अपने फ्रेंड्स फैमिली सबके साथ, आने से भी आपके बहुत फर्क पड़ेगा। अगर वहाँ donation पर नहीं है। बहुत एक्टिविटीज़ भी हैं, जैसे आर्ट थेरेपी है, हमारे पास पॉटरी है, म्यूज़िक लाइव बैंड है, और हमारे यहाँ पर एक और सर्वा ऑर्गेनिका जो एक अंडर प्रिविलेज्ड वुमेन का ही ब्रांड है। तो वो यमुना नगर के डिस्ट्रिक्ट से आएंगी और वो खुद अपना वहाँ पर स्टॉल लगाएंगी, और जितना भी उनको पैसे मिलेगा वो अपने साथ लेकर जाएंगे। ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਾਲ ਜੋੜਨ ਦੇ ਲਈ ਵੱਖਰੇ ਵੱਖਰੇ ਤਰ੍ਹਾਂ ਦੀ ਕੋਸ਼ਿਸ਼ ਇਹਨਾਂ ਬੱਚਿਆਂ ਨੇ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉੱਥੇ ਆ ਸਕਣ। ਔਰ ਘੱਟੋ ਘੱਟ ਕਹਿੰਦੇ ਕਿ ਜੇ ਕੁਝ ਹੋਰ ਨਹੀਂ ਤੇ ਇੱਕ ਹੌਸਲਾ ਜ਼ਰੂਰ ਮਿਲੇਗਾ, ਹਿੰਮਤ ਜ਼ਰੂਰ ਮਿਲੇਗੀ। ਔਰ ਉਸ ਹਿੰਮਤ ਦੇ ਵਿੱਚੋਂ ਜਿਹੜੀ ਹਿੰਮਤ ਇਹਨਾਂ ਬੱਚਿਆਂ ਨੂੰ ਮਿਲਣੀ ਹੈ, ਉਹਦੇ ਨਾਲ ਉਹਨਾਂ ਬੱਚਿਆਂ ਦੀ ਮਦਦ ਹੋਏਗੀ, ਉਹਨਾਂ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਹੋਏਗੀ ਜਿਹੜੇ ਕਿਸੇ ਕਾਰਨ ਪੈਸੇ ਨਾ ਹੋਣ ਦੇ ਚੱਲਦੇ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਨੇ। ਤਾਂ ਇੱਕ ਅੱਛੀ ਕੋਸ਼ਿਸ਼ ਹੈ। ਸ਼ਾਇਦ ਇੱਥੋਂ ਕੀਤੀ ਸ਼ੁਰੂਆਤ ਹੋਰਾਂ ਤੱਕ ਵੀ ਸੁਨੇਹਾ ਪਹੁੰਚੇ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇਸੇ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਸਿੱਖਿਆ ਦੇ ਖੇਤਰ 'ਚ ਜਾਂ ਫਿਰ ਹੋਰ ਕਿਸੇ ਤਰੀਕੇ ਉਹਨਾਂ ਲੋੜਵੰਦ ਬੱਚਿਆਂ ਦੀ ਮਦਦ ਕਰ ਸਕਣ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।